ਨਾਨਕ ਸਿੰਘ ਦਾ ਨਾਵਲ ਮੰਝਧਾਰ ਦਾ 9ਵਾਂ ਅੰਗ। ਪੁੰਨਿਆ ਇੱਕ ਅਮੀਰ ਹਿੰਦੂ ਘਰਾਣੇ 'ਚ ਪੈਦਾ ਹੋਈ ਸੀ। ਉਹਦਾ ਪਿਓ ਸਰਗੋਧੇ 'ਚ ਇੱਕ ਉੱਘੀ ਫਰਮ ਦਾ ਮਾਲਕ ਤੇ 6-7 ਸੰਤਾਨਾਂ ਦਾ ਪਿਤਾ ਸੀ। ਸਭ ਤੋਂ ਛੋਟੀ ਕੁੜੀ ਪੁੰਨਿਆ ਨਾਲ ਮਾਪਿਆਂ ਦਾ ਬੇਓੜਕ ਪਿਆਰ ਸੀ। ਇੰਨਾ ਹੋਣ 'ਤੇ ਵੀ ਪੁੰਨਿਆ ਦਾ ਮਨ ਕਦੀ ਕਿਸੇ ਤਰ੍ਹਾਂ ਵਡਿੱਤਣ ਦੇ ਅਸਰਾਂ 'ਚ ਭਿੱਜਿਆ ਕਿਸੇ ਨਹੀਂ ਸੀ ਡਿੱਠਾ। ਆਪਣੇ ਕੁਨਬੇ ਦੇ ਬਾਕੀ ਜੀਆਂ ਵਾਂਗ ਪੁੰਨਿਆ ਕਦੀ ਵੀ ਆਕਾਸ਼ 'ਚ ਉੱਡਦੇ ਪੰਖੇਰੂਆਂ ਨੂੰ ਫੜਨ ਲਈ ਅੱਡੀਆਂ ਚੁੱਕ ਉਛਲਦੀ ਨਹੀਂ ਸੀ। ਸਗੋਂ ਇਸ ਤੋਂ ਉਲਟ ਉਹਦੀ ਨਜ਼ਰ ਹਮੇਸ਼ਾ ਧਰਤੀ 'ਤੇ ਰੀਂਗਦੇ ਕੀੜਿਆਂ ਮਕੌੜਿਆਂ ਵੱਲ ਹੀ ਰਹੀ, ਜਿਨ੍ਹਾਂ ਉੱਤੇ ਹਰ ਰਾਹੀ ਦਾ ਕਦਮ ਲਾਪਰਵਾਹੀ ਨਾਲ ਲੰਘ ਜਾਇਆ ਕਰਦਾ ਹੈ। ਵੱਡੇ ਘਰ 'ਚ ਪੈਦਾ ਹੋ ਕੇ ਪੁੰਨਿਆ ਨੇ ਜੋ ਕੁਝ ਉੱਥੋਂ ਪ੍ਰਾਪਤ ਕਰਨ ਵਾਲਾ ਸੀ ਅਵੱਸ਼ ਕੀਤਾ। ਉਹਨੇ ਸਕੂਲ ਦੀ ਵਿੱਦਿਆ ਸਫਲਤਾ ਨਾਲ ਖ਼ਤਮ ਕੀਤੀ। ਸਭ ਤੋਂ ਸ਼੍ਰੋਮਣੀ ਗੁਣ ਜਿਹੜਾ ਉਸ ਪਾਸ ਸੀ ਉਹ ਸੀ ਹਰ ਹੋਣੀ ਪਾਸੋਂ ਤੇ ਹਰ ਵਾਪਰਨ ਵਾਲੀ ਘਟਨਾ ਪਾਸੋਂ ਦੁਖਦਾਈ ਹੋਵੇ ਭਾਵੇਂ ਸੁਖਦਾਈ ਕੁਝ ਨਾ ਕੁਝ ਸਿੱਖਣਾ। ਇਹੋ ਕਾਰਨ ਸੀ ਕਿ ਪੁੰਨਿਆ ਆਪਣੇ ਸਾਰੇ ਭੈਣ ਭਰਾਵਾਂ ਨਾਲੋਂ ਸੁਹੱਪਣ ਦੇ ਲਿਹਾਜ਼ ਨਾਲ ਵੱਧ ਚੜ੍ਹ ਕੇ ਹੁੰਦੀ ਹੋਈ ਵੀ ਉਹਨਾਂ ਵਰਗੀਆਂ ਚੁਲਬੁਲੀਆਂ ਤੇ ਚੰਚਲ ਆਦਤਾਂ ਨੂੰ ਨਹੀਂ ਸੀ ਅਪਣਾ ਸਕੀ। ਪੁੰਨਿਆ ਪੜ੍ਹ ਲਿਖ ਕੇ ਸਿਆਣੀ ਹੋਈ। ਪੁੰਨਿਆ 'ਤੇ ਜਵਾਨੀ ਆਈ। ਘਰ 'ਚ ਪੁੰਨਿਆ ਦੇ ਵਿਆਹ ਦਾ ਚਰਚਾ ਚੱਲਿਆ। ਮਾਪਿਆਂ ਨੇ ਆਪਣੇ ਨਾਲੋਂ ਵੀ ਕਿਸੇ ਵੱਡੇ ਅਮੀਰ ਘਰ 'ਚ ਉਹਨੂੰ ਮੰਗਣ ਲਈ ਮਨਸੂਬੇ ਬੰਨ੍ਹਣੇ ਸ਼ੁਰੂ ਕੀਤੇ, ਕਿਉਂਕਿ ਉਹਦੇ ਬਚਪਨ ਤੋਂ ਹੀ ਘਰ 'ਚ ਵੱਡੀਆਂ ਵਡੇਰੀਆਂ ਕਹਿੰਦੀਆਂ ਸਨ, ਸਾਡੀ ਪੁੰਨਿਆ ਤਾਂ ਕਿਸੇ ਰਾਜੇ ਦੀ ਰਾਣੀ ਬਣੇਗੀ। ਪੁੰਨਿਆ ਆਪਣੇ ਸਾਰੇ ਭੈਣਾਂ ਭਰਾਵਾਂ ਨਾਲੋਂ ਹੁੰਦੜਹੇਲ ਸੀ। 15 ਵਰ੍ਹਿਆਂ ਦੀ ਉਮਰੇ ਜਦ ਉਹਨੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰ ਲਈ ਤਾਂ ਮਾਪਿਆਂ ਦੇ ਖਿਆਲ 'ਚ ਪੁੰਨਿਆ ਹੁਣ ਹੋਰ ਬਹੁਤਾ ਚਿਰ ਕੁਆਰੀ ਰੱਖਣ ਜੋਗੀ ਨਹੀਂ ਸੀ ਤੇ ਇਹੋ ਸਬੱਬ ਸੀ ਕਿ ਉਹਨਾਂ ਇਹਨੂੰ ਕਾਲਜ ਦਾਖਲ ਨਹੀਂ ਸੀ ਕਰਾਇਆ। ਫਿਰ ਇੱਕ ਮੁਸ਼ਕਿਲ ਹੋਰ ਸੀ। ਪੁੰਨਿਆ ਦੇ ਮਾਪੇ ਤਾਂ ਚਾਹੁੰਦੇ ਸੀ ਕਿ ਕੁੜੀ ਲਈ ਆਪਣੇ ਨਾਲੋਂ ਵੀ ਵੱਧ ਚੜ੍ਹ ਕੇ ਅਮੀਰ ਘਰਾਣਾ ਲੱਭਣਾ, ਪਰ ਇੱਧਰ ਪੁੰਨਿਆ ਦੇ ਖਿਆਲ ਅਨੋਖੀ ਕਿਸਮ ਦੇ ਸਨ। ਪਤਾ ਨਹੀਂ ਉਹਦੇ ਦਿਲ 'ਚ ਕੀ ਵਹਿਮ ਸਮਾ ਗਿਆ ਸੀ ਕਿ ਅਮੀਰ ਘਰਾਂ ਦੇ ਨੌਜਵਾਨਾਂ 'ਚ ਉਹਨੂੰ ਛੁੱਟ ਬੁਰਾਈਆਂ ਤੋਂ ਚੰਗੀ ਆਦਤ ਕੋਈ ਦਿਸਦੀ ਨਹੀਂ ਸੀ। ਮਾਪਿਆਂ ਤੇ ਧੀ ਦੇ ਵਿਚਾਲੇ ਇਹ ਅਜੋੜਤਾ ਐਸੀ ਕੰਧ ਬਣ ਕੇ ਖੜੀ ਹੋ ਗਈ ਕਿ 3-4 ਸਾਲ ਬੀਤ ਜਾਣ 'ਤੇ ਵੀ ਵਿਆਹ ਦਾ ਮਸਲਾ ਹੱਲ ਹੋਣ 'ਚ ਨਹੀਂ ਸੀ ਆਇਆ। ਪਰ ਇਹਨਾਂ 3-4 ਸਾਲਾਂ ਦਾ ਸਮਾਂ ਪੁੰਨਿਆ ਲਈ ਇੱਕ ਹੋਰ ਪੱਖੋਂ ਲਾਭਦਾਇਕ ਸਾਬਤ ਹੋਇਆ। ਸਕੂਲੀ ਕਿਤਾਬਾਂ ਤੋਂ ਪਿੱਛਾ ਛੁੱਟਦਿਆਂ ਹੀ ਉਹਦੇ ਝੁਕਾਵਾਂ ਨੇ ਹੋਰ ਪਾਸੇ ਰੁਖ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਸਾਹਿਤ, ਸੰਗੀਤ, ਕੁਝ ਥੋੜ੍ਹੀ ਬਹੁਤੀ ਡਾਕਟਰ ਦੀ ਸਿੱਖਿਆ ਤੇ ਹੋਰ ਕਿੰਨੇ ਹੀ ਛੋਟੇ-ਮੋਟੇ ਹੁਨਰਾਂ ਦੀ ਵਾਕਫੀ ਪ੍ਰਾਪਤ ਕਰ ਲਈ। ਉਹਨੇ ਕਈਆਂ ਮੁਲਕਾਂ ਦਾ ਇਤਿਹਾਸ ਪੜ੍ਹਿਆ, ਦੇਸੀ ਤੇ ਵਿਦੇਸ਼ੀ ਰਾਜਨੀਤੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸਟੇਜ ਉੱਤੇ ਬੋਲਣ ਦਾ ਗੁਣ ਵੀ ਗ੍ਰਹਿਣ ਕੀਤਾ। ਮੁੱਕਦੀ ਗੱਲ ਕਿ 3-4 ਸਾਲਾਂ 'ਚ ਮਿਲੇ ਹੋਏ ਖੁੱਲ੍ਹੇ ਵਕਤ ਪਾਸੋਂ ਪੁੰਨਿਆ ਨੇ ਪੂਰਾ ਲਾਭ ਉਠਾਇਆ। ਦੂਜੇ ਸ਼ਬਦਾਂ 'ਚ ਉਹਨਾਂ 4 ਸਾਲਾਂ ਨੇ ਜਿਹੜੇ ਆਮ ਨਜ਼ਰੇ ਵੇਖਿਆ ਉਹਦੇ ਵਿਹਲੇ ਸਾਲ ਸਨ, ਪੁੰਨਿਆ ਨੂੰ ਬੜੀ ਗੰਭੀਰ, ਦੂਰ ਅੰਦੇਸ਼ ਤੇ ਹੱਦ ਦਰਜੇ ਦੀ ਅਣਥੱਕ ਬਣਾ ਦਿੱਤਾ। ਤੇ ਜਦ ਪੁੰਨਿਆ ਨੇ ਆਪਣੀ ਉਮਰ ਦੇ 19 ਸਾਲ ਪੂਰੇ ਕਰਕੇ 20ਵੇਂ 'ਚ ਪੈਰ ਰੱਖਿਆ ਤਾਂ ਇੱਕ ਵਾਰੀ ਫਿਰ ਉਹਦੇ ਅੰਦਰ ਵਿੱਦਿਆ ਦੀ ਭੁੱਖ ਚਮਕ ਉੱਠੀ। ਉਹਦੇ ਵਿਆਹ ਦਾ ਮਾਮਲਾ ਪਹਿਲਾਂ ਵਾਂਗ ਹੀ ਖੱਟੇ ਪਿਆ ਹੋਇਆ ਸੀ। ਭਾਵੇਂ ਮਾਪਿਆਂ ਲਈ ਅਤ ਦੁਖਦਾਈ ਗੱਲ ਸੀ, ਪਰ ਪੁੰਨਿਆ ਇਸ ਖੱਟੇ ਪੈਣ ਨੂੰ ਆਪਣੇ ਲਈ, ਖਾਸ ਕਰਕੇ ਆਪਣੇ ਭਵਿੱਖ ਲਈ ਸ਼ੁਭ ਖਿਆਲ ਕਰਦੀ ਸੀ। ਉਹਨੇ ਮਾਪਿਆਂ ਨੂੰ ਇਸੇ ਗੱਲ 'ਤੇ ਰਜ਼ਾਮੰਦ ਕਰ ਲਿਆ ਕਿ ਉਹ ਫਸਟ ਈਅਰ 'ਚ ਦਾਖਲ ਹੋਵੇ, ਪਰ ਨਾ ਉਹਨੂੰ, ਨਾ ਉਹਦੇ ਮਾਪਿਆਂ ਨੂੰ ਤੇ ਨਾ ਕਿਸੇ ਹੋਰ ਨੂੰ ਪਤਾ ਸੀ ਕਿ ਹੋਣੀ ਕਿਹੜੇ ਕਾਰੇ ਕਰਨ ਦੇ ਆਹਰ 'ਚ ਜੁਟੀ ਹੋਈ ਸੀ। ਵੱਡੇ ਘਰਾਂ ਦੇ ਜਵਾਨ ਮੁੰਡੇ ਕੁੜੀਆਂ ਅਕਸਰ ਵੱਡੇ ਸੁਪਨੇ ਲਿਆ ਕਰਦੇ ਨੇ। ਰੋਮਾਂਸ ਨਾਲ ਤੇ ਜਵਾਨੀ ਦੀਆਂ ਹੋਰ ਕਈ ਤਰ੍ਹਾਂ ਦੀਆਂ ਰੰਗੀਨੀਆਂ ਨਾਲ ਉਹਨਾਂ ਦੀਆਂ ਖ਼ਾਬਾਂ ਛਲ ਕਰਦੀਆਂ ਰਹਿੰਦੀਆਂ ਨੇ। ਇਹਨਾਂ ਖ਼ਾਬ ਖੰਭਾਂ ਨਾਲੋਂ ਉੱਚੇ ਮੰਡਲੀ ਉਡਾਰੀਆਂ ਲਾਉਂਦੇ ਰਹਿੰਦੇ ਨੇ। ਪਰ ਇਹ ਪੁੰਨਿਆ, ਇਹਦਾ ਬਾਬਾ ਆਦਮੀ ਕੁਝ ਵੱਖਰਾ ਸੀ। ਇਹਦੀਆਂ ਖ਼ਾਬਾਂ ਦਾ ਕੇਂਦਰ ਆਕਾਸ਼ਾਂ ਉੱਤੇ ਨਹੀਂ, ਸਗੋਂ ਧਰਤੀ ਦੀਆਂ ਹਨੇਰੀਆਂ ਨੁੱਕਰਾਂ 'ਚ ਹੁੰਦਾ ਸੀ। ਮੇਰੇ ਸਿਰ ਉੱਤੇ ਕੀ ਹੈ, ਇਹਨੂੰ ਨਾ ਸੋਚਦੀ ਹੋਈ ਉਹ ਹਰ ਵੇਲੇ ਸੋਚਿਆ ਕਰਦੀ ਸੀ, ਮੇਰੇ ਪੈਰਾਂ ਹੇਠ ਕੀ ਹੈ। ਉਹਦੀਆਂ ਅੱਖਾਂ ਅੱਗੇ ਹਰ ਵੇਲੇ ਉਹੀ ਪੈਰਾਂ ਹੇਠ ਕੁਚਲਦੀ ਹੋਈ ਤੇ ਹਨੇਰੇ ਖੂੰਜਿਆਂ 'ਚ ਗਲਦੀ ਹੋਈ ਦੁਨੀਆ ਮੌਜੂਦ ਰਹਿੰਦੀ ਸੀ। ਇਸ ਤੋਂ ਛੁੱਟ ਪੁੰਨਿਆ ਦੇ ਸੁਭਾਅ 'ਚ ਬਚਪਨ ਤੋਂ ਇੱਕ ਵਿਸ਼ੇਸ਼ਤਾ ਹੋਰ ਪਾਈ ਜਾਂਦੀ ਸੀ, ਜਿਹਨੂੰ ਗੁਣ ਕਹਿ ਲਓ ਭਾਵੇਂ ਔਗੁਣ, ਕਿ ਉਹ ਸਮਝੌਤਾ ਪਾਲਿਸੀ ਨੂੰ ਨਹੀਂ ਸੀ ਅਪਣਾ ਸਕਦੀ। ਉਹ ਹਾਂ ਕਰਨਾ ਜਾਣਦੀ ਸੀ ਜਾਂ ਨਾ ਕਰਨਾ, ਜਾਂ ਅਪਣਾਉਣਾ ਜਾਂ ਤਿਆਗਣਾ। ਉਹਦੇ ਨਜ਼ਦੀਕ ਅਪਣਾਈ ਹੋਈ ਚੀਜ਼ ਤਿਆਗੀ ਨਹੀਂ ਸੀ ਜਾ ਸਕਦੀ ਤੇ ਤਿਆਗੀ ਹੋਈ ਅਪਣਾਈ ਨਹੀਂ ਸੀ ਜਾ ਸਕਦੀ। ਇਸੇ ਕਰਕੇ ਕਦੀ ਆਪਣੇ ਪਰਿਵਾਰ ਵੱਲੋਂ ਉਹਨੂੰ ਅਮੋੜ ਜਾਂ ਜ਼ਿੱਦੀ ਦੀ ਪਦਵੀ ਮਿਲ ਜਾਇਆ ਕਰਦੀ ਸੀ।
ਉਹਦੀ ਰਹਿਣੀ ਬਹਿਣੀ ਤੋਂ ਕਈ ਵਾਰੀ ਉਹਦੇ ਮਾਪੇ ਜਾਂ ਭੈਣ ਭਰਾ ਚਿੜ ਜਾਇਆ ਕਰਦੇ। ਘਰ 'ਚ ਜੇ ਜਮਾਂਦਾਰ ਨਹੀਂ ਨਿਕਲੀ ਤਾਂ ਪੁੰਨਿਆ ਬੂਹੇ 'ਚ ਖੜੀ ਉਸੇ ਨਾਲ ਗੱਲੀਂ ਜੁੱਟ ਪਈ। ਤੇ ਜੇ ਕਿਸੇ ਘਾਹ ਵੇਚਣ ਵਾਲੀ ਬਾਗੜਿਆਣੀ ਨੂੰ ਤਬੇਲੇ 'ਚ ਪੰਡ ਸੁੱਟਣ ਤੋਂ ਬਾਅਦ ਤੰਗੜ ਝਾੜਦਿਆਂ ਤੱਕਿਆ ਤਾਂ ਉਸ ਉੱਤੇ ਹਮਦਰਦੀ ਭਰੇ ਸਵਾਲਾਂ ਦੀ ਇੱਕ ਲੰਮੀ ਲੜੀ ਸ਼ੁਰੂ ਕਰ ਦਿੱਤੀ। ਜੇ ਉਹਨੇ ਮੁਹੱਲੇ 'ਚੋਂ ਲੰਘਦੇ ਕਿਸੇ ਮੁਰਮੁਰਾ ਛੋਲੇ ਵੇਚਣ ਵਾਲੇ ਮੁੰਡੇ ਨੂੰ ਸਰਦੀ ਨਾਲ ਕੰਬਦੀ ਆਵਾਜ਼ 'ਚੋਂ ਹੋਕਾ ਦਿੰਦਿਆਂ ਤੱਕਿਆ ਤਾਂ ਦੂਣੇ ਪੈਸੇ ਦੇ ਕੇ ਉਹਦੀ ਮੁਰਮੁਰੇ ਵਾਲੀ ਥਾਲੀ ਵਿਹਲੀ ਕਰਵਾ ਲਈ, ਬਾਲਾਂ 'ਚ ਵੰਡ ਦਿੱਤੀ। ਇੱਕ ਵਾਰੀ ਜਦੋਂ ਪੁੰਨਿਆ ਜੇ 8-10 ਵਰ੍ਹਿਆਂ ਦੀ ਸੀ, ਉਹਨਾਂ ਦੇ ਰਸੋਈ ਖਾਨੇ 'ਚ ਕੀੜਿਆਂ ਨੇ ਖੁੱਡ ਬਣਾ ਲਈ, ਜਿੱਥੋਂ ਨਿਕਲ ਕੇ ਉਹ ਖਾਣ ਪੀਣ ਵਾਲੇ ਭਾਂਡਿਆਂ 'ਚ ਜਾ ਦਾਖਲ ਹੁੰਦੇ ਸੀ। ਉਹਨਾਂ ਦੇ ਰਸੋਈਏ ਨੇ ਇੱਕ ਦਿਨ ਬਾਜ਼ਾਰੋਂ ਸੀਮੈਂਟ ਲਿਆ ਕੇ ਖੁੱਡ ਭਰ ਦਿੱਤਾ। ਰਸੋਈਏ ਨੂੰ ਤਾਂ ਕੁੜੀ ਨੇ ਕੁਛ ਨਾ ਕਿਹਾ, ਪਰ ਰਾਤੀ ਸੁੱਤਿਆਂ ਉਹਨੇ ਮਹਿਸੂਸ ਕੀਤਾ ਜਿਵੇਂ ਉਹਦਾ ਸਾਹ ਘੁੱਟ ਰਿਹਾ ਹੋਵੇ, ਜਿਵੇਂ ਉਹਨੂੰ ਕਿਸੇ ਐਸੀ ਕੋਠੜੀ 'ਚ ਡੱਕ ਦਿੱਤਾ ਹੋਵੇ ਜਿਹਦੇ ਅੰਦਰ ਕਿਸੇ ਰਸਤਿਓਂ ਹਵਾ ਨਹੀਂ ਆ ਸਕਦੀ। ਉਸ ਵੇਲੇ ਉਹਦੀਆਂ ਅੱਖਾਂ ਸਾਹਵੇਂ ਹਜ਼ਾਰਾਂ ਕਾਢੇ ਹਵਾ ਖੁਣੋਂ ਦਮ ਤੋੜ ਰਹੇ ਸਨ। ਉਹ ਛੁਪਲੀ ਮੰਜੇ ਤੋਂ ਉੱਠ ਕੇ ਰਸੋਈ 'ਚ ਜਾ ਕੇ ਇੱਕ ਚਾਕੂ ਦੀ ਮਦਦ ਨਾਲ ਖੁੱਡ 'ਚੋਂ ਸਾਰਾ ਸੀਮੈਂਟ ਕੱਢ ਆਈ। ਫਿਰ ਕਿਤੇ ਜਾ ਕੇ ਉਹਨੂੰ ਨੀਂਦਰ ਪਈ। ਉਹਦਾ ਇੱਕ ਭਤੀਜਾ ਜਿਹੜਾ ਬਹੁਤ ਹੀ ਛਿੰਦਾ ਅਤੇ ਜ਼ਾਲਮ ਤਬੀਅਤ ਦਾ ਸੀ, ਉਹ ਅਕਸਰ ਆਪਣੇ ਤੋਂ ਵੱਡੇ ਵੱਡੇ ਮੁੰਡਿਆਂ ਨੂੰ ਮਾਰ ਕੁੱਟ ਆਉਂਦਾ ਸੀ ਅਤੇ ਉਹ ਵਿਚਾਰੇ ਉਸ ਨਾਲੋਂ ਤਾਕਤਵਰ ਹੁੰਦੇ ਹੋਏ ਵੀ ਇਸ ਕਰਕੇ ਮਾਰ ਖਾ ਲੈਂਦੇ ਸੀ ਕਿ ਅਮੀਰ ਦਾ ਪੁੱਤਰ ਹੈ ਅਤੇ ਉਹ ਗਰੀਬ ਦੇ। ਪਰ ਮੁੰਡਾ ਆਪਣੀ ਭੂਆ ਦੀ ਕਰੁੱਪੀ ਤੋਂ ਨਹੀਂ ਸੀ ਬਚ ਸਕਦਾ, ਜਿਹੜਾ ਹਮੇਸ਼ਾ ਹੀ ਉਹਦੇ ਹੰਕਾਰੀ ਰਵੱਈਏ ਵਿਰੁੱਧ ਰੋਸ ਨਾਲ ਭਰੀ ਰਹਿੰਦੀ ਸੀ। ਫਿਰ ਇੱਕ ਸਮਾਂ ਆਇਆ ਜਦ ਹੋਣੀ ਦੇ ਝੱਖੜ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਬਰਬਾਦੀ 'ਚ ਬਦਲ ਦਿੱਤਾ ਅਤੇ ਇਸੇ ਝੱਖੜ 'ਚ ਕੋਮਲ ਜਿਹੀ ਵੇਲ ਆਪਣੀ ਫੁਲਵਾੜੀ 'ਚ ਉਖੜ ਕੇ ਉੱਡਦੀ ਉੱਡਦੀ ਕਿਤੇ ਦੀ ਕਿਤੇ ਜਾ ਡਿੱਗੀ। ਉਸ ਲਈ ਰਾਜੇ ਦੀ ਰਾਣੀ ਬਣਨ ਦਾ ਮਹੂਰਤ ਹੀ ਨਹੀਂ ਆਇਆ। ਪੁੰਨਿਆ ਨੇ ਆਪਣਾ ਘਰ-ਬਾਰ ਸੜਦਾ ਵੇਖਿਆ। ਪੁੰਨਿਆ ਨੇ ਆਪਣੀਆਂ ਅੱਖਾਂ ਨਾਲ ਘਰ ਦੇ ਸਾਰੇ ਜੀਅ ਬੱਕਰਿਆਂ ਵਾਂਗ ਕੁਹੀਂਦੇ ਤੱਕੇ ਅਤੇ ਅਖੀਰ ਪੁੰਨਿਆ ਨੇ ਆਪਣੇ ਸਰੀਰ ਨੂੰ ਜਰਵਾਣਿਆਂ ਦੇ ਫੌਲਾਦੀ ਹੱਥਾਂ 'ਚ ਵੇਖਿਆ। ਸੁੱਤਿਆਂ ਜਿਸ ਤਰ੍ਹਾਂ ਸੁਪਨੇ 'ਚ ਵੀ ਸਾਰਾ ਕੁਝ ਵਾਪਰ ਜਾਂਦਾ ਹੈ। ਪੁੰਨਿਆ ਨੇ ਪਾਕਿਸਤਾਨ ਤੋਂ ਅੰਮ੍ਰਿਤਸਰ ਅਤੇ ਉੱਥੋਂ ਅੰਬਾਲੇ ਪਹੁੰਚ ਕੇ ਕੁਝ ਇਸੇ ਤਰ੍ਹਾਂ ਦਾ ਅਨੁਭਵ ਕੀਤਾ। ਉਸ ਲਈ ਇਹ ਸੁਪਨਾ ਹੀ ਸੀ, ਜਦ ਕਿ ਇੱਕ ਵੇਲੇ ਉਹ ਆਪਣੇ ਘਰ 'ਚ ਆਪਣੇ ਮਾਪਿਆਂ, ਭੈਣ ਭਰਾਵਾਂ ਅਤੇ ਸਹੇਲੀਆਂ ਦਾ ਸਾਥ ਮੰਨ ਰਹੀ ਸੀ, ਪਰ ਦੂਜੇ ਵੇਲੇ ਉਹ ਆਪਣੇ ਆਪ ਨੂੰ ਸੱਚਮੁੱਚ ਹੀ ਉਸ ਵੇਲ ਦੀ ਹਾਲਤ 'ਚ ਤੱਕ ਰਹੀ ਸੀ ਜਿਹਨੂੰ ਹਨੇਰੇ ਨੇ ਪੁੱਟ ਕੇ ਕਿੱਧਰ ਦੀ ਕਿੱਧਰ ਲਿਜਾ ਸੁੱਟਿਆ ਹੋਵੇ, ਜਿਹਦੇ ਫੁੱਲ ਅਤੇ ਕਲੀਆਂ ਸੁੱਕ ਗਏ ਹੋਣ, ਜਿਹਦੀਆਂ ਪੱਤੀਆਂ ਇੱਕ ਇੱਕ ਕਰਕੇ ਕਿਰ ਗਈਆਂ ਹੋਣ। ਅੱਜ ਪੁੰਨਿਆ ਇਸ ਦੁਨੀਆ 'ਚ ਕਲਮ ਕੱਲੀ ਹੈ। ਕੋਈ ਵੀ ਉਹਦਾ ਆਸਰਾ ਪਰਨਾ ਜਾਂ ਸੰਗੀ ਸਾਥੀ ਬਾਕੀ ਨਹੀਂ ਰਿਹਾ। ਜੇ ਕੋਈ ਹੈ ਤਾਂ ਉਹੀ ਇੱਕ ਅੰਨਾ, ਅਪਾਹਜ ਅਤੇ ਨੀਮ ਪਾਗਲ ਮੁੰਡਾ। ਪੁੰਨਿਆ ਨੂੰ ਨਾ ਕੇਵਲ ਜਿਹਦੀ ਡੰਗੋਰੀ ਨਾ ਬਣਨਾ ਪੈਂਦਾ, ਸਗੋਂ ਉਹ ਕੁਝ ਵੀ ਜਿਹੜੀ ਉਹ ਵਾਸਤਵ ਵਿੱਚ ਹੈ ਨਹੀਂ ਸੀ, ਅਰਥਾਤ ਮਾਂ। ਪਰ ਸਭ ਕੁਝ ਗੁਆਚ ਜਾਣ ਦੇ ਬਦਲੇ ਜਿਹੜੀਆਂ ਇੱਕ ਦੋ ਚੀਜ਼ਾਂ ਇਸ ਕੁੜੀ ਨੂੰ ਲੱਭੀਆਂ, ਉਹ ਉਸ ਲਈ ਵਡਮੁੱਲੀਆਂ ਅਤੇ ਹਰ ਵੇਲੇ ਕੰਮ ਆਉਣ ਵਾਲੀਆਂ ਸਾਬਤ ਹੋਈਆਂ, ਬਲਕਿ ਹਰ ਆਉਣ ਵਾਲੇ ਖਤਰੇ ਤੋਂ ਉਹਦੀ ਰੱਖਿਆ ਕਰਨ ਵਾਲੀਆਂ ਵੀ। ਅਤੇ ਇੱਕ ਸੀ ਉਹਦਾ ਸਵੈ ਵਿਸ਼ਵਾਸ। ਅੱਜ ਜਿਸ ਹਾਲਤ 'ਚ ਉਹ ਹੈ, ਜੇ ਕੋਈ ਹੋਰ ਹੁੰਦੀ ਤਾਂ ਸ਼ਾਇਦ ਘਾਬਰ ਕੇ ਮਰ ਜਾਂਦੀ, ਕਲਮ ਕੱਲੀ ਅਤੇ ਬੇਭਰੋਸਾਮਾਨੀ ਦੀ ਹਾਲਤ ਵਿੱਚ। ਪਰ ਫਿਰ ਵੀ ਨਾ ਉਹਦੇ ਅੰਦਰ ਡਰ ਹੈ, ਨਾ ਕੋਈ ਸਹਿਮ ਹੈ, ਨਾ ਹੀ ਇਸ ਗੱਲ ਦੀ ਚਿੰਤਾ ਹੈ ਕਿ ਅੱਗੇ ਨੂੰ ਕੀ ਬਣੇਗਾ। ਅਤੇ ਸਭ ਕੇਵਲ ਇਸ ਲਈ ਕਿ ਸਵੈ ਵਿਸ਼ਵਾਸ ਦਾ ਹਥਿਆਰ ਉਸ ਪਾਸ ਮੌਜੂਦ ਹੈ, ਜਿਹਦੀ ਮਦਦ ਨਾਲ ਉਹ ਹਰ ਦੁਸ਼ਮਣ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰਨ ਦਾ ਯਕੀਨ ਰੱਖਦੀ ਹੈ। ਦੂਸਰੀ ਚੀਜ਼ ਹੈ ਉਸ ਪਾਸ ਆਪਾ ਵੰਡਣ ਦੀ ਰੁਚੀ, ਕਿਸੇ ਦੇ ਦੁੱਖ ਤਕਲੀਫ ਨੂੰ ਘਟਾਉਣਾ, ਕਿਸੇ ਦੀ ਆਤਮਾ ਨੂੰ ਸੁੱਖ ਪਹੁੰਚਾਉਣ ਦਾ ਸੁਭਾਅ। ਪਤਾ ਨਹੀਂ ਕੁਦਰਤ ਦਾ ਇਹ ਭੇਦ ਉਸ ਉੱਤੇ ਕਿਸ ਤਰ੍ਹਾਂ ਖੁੱਲ੍ਹ ਗਿਆ ਕਿ ਕਿਸੇ ਦਾ ਦੁੱਖ ਦੂਰ ਕਰਨ ਲਈ ਨਾ ਦੌਲਤ ਦੀ ਲੋੜ ਹੈ, ਨਾ ਕਿਸੇ ਉਚੇਚੇ ਸਾਧਨ ਦੀ, ਬਲਕਿ ਦੋ ਮਿੱਠੇ ਬੋਲ, ਇੱਕ ਹਮਦਰਦਾਨਾ ਤੱਕਣੀ ਅਤੇ ਮਨ ਦਾ ਥੋੜ੍ਹਾ ਜਿਹਾ ਝੁਕਾਓ, ਬਸ। ਕੁਦਰਤ ਦੇ ਖਜ਼ਾਨੇ 'ਚੋਂ ਪ੍ਰਾਪਤ ਹੋਏ ਇਹਨਾਂ ਗੁਣਾਂ ਨੂੰ ਉਹਨੇ ਜਿੱਥੇ ਕਿਤੇ ਵੀ ਵਰਤ ਕੇ ਵੇਖਿਆ, ਹਰ ਰੋਗ ਲਈ ਇਹ ਰਾਮਬਾਣ ਸਾਬਤ ਹੋਏ। ਸਭ ਤੋਂ ਪਹਿਲਾਂ ਉਹਨੇ ਇਹਦੀ ਵਰਤੋਂ ਉਦੋਂ ਕੀਤੀ ਜਦੋਂ ਪਾਕਿਸਤਾਨੀ ਲੁਟੇਰਿਆਂ ਦੇ ਕਾਬੂ ਆਉਣ ਤੋਂ ਬਾਅਦ ਉਹਨੂੰ ਇੱਕ ਮੁਸਲਮਾਨ ਗੱਭਰੂ ਦੇ ਹਵਾਲੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪੁੰਨਿਆ ਨੇ ਇਹਦੀ ਵਰਤੋਂ ਉਦੋਂ ਕੀਤੀ ਜਦੋਂ ਉਹਨੇ ਇੱਕ ਅੰਨਾ, ਲੰਗੜਾ ਅਤੇ ਪਾਗਲ ਮੁੰਡਾ ਡਰਾਉਣੀ ਹਾਲਤ 'ਚ ਤੜਪਦਿਆਂ ਤੱਕਿਆ। ਇਸ 'ਚ ਕੋਈ ਸ਼ੱਕ ਨਹੀਂ ਕਿ ਪਰਮੇ ਦਾ ਸਹਿਯੋਗ ਉਸ ਲਈ ਛੁੱਟ ਵਬਾਲ ਤੋਂ ਹੋਰ ਕੁਝ ਨਹੀਂ। ਫਿਰ ਵੀ ਪੁੰਨਿਆ ਨੂੰ ਇਸ 'ਚੋਂ ਇੱਕ ਰੂਹਾਨੀ ਤਸੱਲੀ ਦਾ ਅਨੁਭਵ ਹੁੰਦਾ, ਖਾਸ ਕਰਕੇ ਜਦ ਉਹ ਉਸ ਲਈ ਮਾਂ ਪੁਣੇ ਦਾ ਅਭਿਨੈ ਕਰ ਰਹੀ ਹੁੰਦੀ ਤਾਂ ਕਈ ਵਾਰ ਉਹ ਭੁੱਲ ਹੀ ਜਾਂਦੀ ਕਿ ਉਹ ਕਿਸੇ ਓਪਰੇ ਮੁੰਡੇ ਲਈ ਕੁਝ ਕਰ ਰਹੀ ਹੈ। ਉਹਦੇ ਅੰਦਰੋਂ ਵਾਸਤਵਿਕ ਮਾਂ ਪੁਣਾ ਉਗਮ ਕੇ ਉਸਦੇ ਜਜ਼ਬਿਆਂ 'ਤੇ ਕਾਬੂ ਪਾ ਲੈਂਦਾ ਅਤੇ ਪੁੰਨਿਆ ਉਸ ਵੇਲੇ ਆਪਣੇ ਆਪ ਨੂੰ ਨਕਲੀ ਨਹੀਂ, ਅਸਲੀ ਮਾਂ ਅਨੁਭਵ ਕਰਨ ਲੱਗ ਪੈਂਦੀ, ਭਾਵੇਂ ਕਿ ਨਕਲੀ ਮਾਂ ਪੁਣੇ ਦਾ ਸੌਦਾ ਉਹਨੂੰ ਕਈਆਂ ਹਾਲਤਾਂ 'ਚ ਸਖਤ ਮਹਿੰਗਾ ਪੈਂਦਾ। ਉਹਨੇ ਅਨੇਕਾਂ ਵਾਰੀ ਇਸ ਮੁੰਡੇ ਨੂੰ ਸਮਝਾਇਆ,
ਕਈ ਤਰ੍ਹਾਂ ਦੇ ਪੱਜ ਪਾ ਕੇ ਉਹਨੂੰ ਜ਼ਹਿਨ ਨਸ਼ੀਨ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨੂੰ ਮਾਂ ਦੀ ਥਾਂ ਬੀਬੀ ਕਹਿ ਕੇ ਸੱਦਿਆ ਕਰੇ, ਪਰ ਉਹਦੇ ਬਾਜ਼ ਨਾ ਆਉਣ ਦੀ ਵਜ੍ਹਾ ਸੀ ਉਹਦੀ ਦਿਮਾਗੀ ਖਰਾਬੀ। ਪਰਮੇ ਲਈ ਇਹ ਅਣਹੋਣੀ ਗੱਲ ਸੀ ਕਿ ਜਿਹੜੀ ਉਹਦੀ ਮਾਂ ਹੈ, ਭਾਵੇਂ ਦਿਮਾਗੀ ਫਤੂਰ ਕਰਕੇ ਹੀ ਸੀ, ਉਹਨੂੰ ਉਹ ਕੁਝ ਹੋਰ ਕਹਿ ਕੇ ਬੁਲਾਵੇ। ਕਿਸੇ ਆਂਢੀ ਗੁਆਂਢੀ ਜਾਂ ਉਪਰੇ ਦੇ ਸਾਹਮਣੇ ਜੇ ਪਰਮਾ ਉਹਨੂੰ ਮਾਂ ਕਹਿ ਕੇ ਬੁਲਾਵੇ ਤਾਂ ਜ਼ਰੂਰੀ ਸੀ ਸੁਣਨ ਵਾਲਾ ਸੋਚੇ 12 ਵਰ੍ਹਿਆਂ ਦਾ ਮੁੰਡਾ 20 ਵਰ੍ਹਿਆਂ ਦੀ ਕੁੜੀ ਦਾ ਪੁੱਤਰ ਕਿੱਕਰ ਹੋਇਆ। ਕੀ 8 ਵਰ੍ਹਿਆਂ ਦੀ ਉਮਰੇ ਇਹਨੂੰ ਜੰਮ ਪਿਆ ਸੀ ਤੇ ਪੁੰਨਿਆਂ ਲਈ ਇਹ ਸਮੱਸਿਆ ਘੱਟ ਦੁਖਦਾਈ ਨਹੀਂ ਸੀ। ਪਰ ਇਹਦਾ ਇਲਾਜ ਛੋਟੇ ਇਸ ਤੋਂ ਹੋਰ ਕੁਝ ਨਹੀਂ ਕਿ ਜਾਂ ਤਾਂ ਉਹ ਹਮੇਸ਼ਾ ਲਈ ਪਰਮੇ ਨੂੰ ਆਪਣੇ ਤੋਂ ਦੂਰ ਕਰ ਦੇ ਤੇ ਜਾਂ ਲੋਕ ਇਲਾਜ ਦੀ ਪਰਵਾਹ ਨਾ ਕਰਦੀ ਹੋਈ ਜਿਸ ਰਸਤੇ ਤੁਰੀ ਹੈ ਤੁਰਦੀ ਚੱਲੇ। ਲੋਕੀ ਜੇ ਉਹਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ ਵੇਖੀ ਜਾਣ, ਉਹਨੂੰ 8 ਵਰ੍ਹਿਆਂ ਦੀ ਉਮਰੇ ਮਾਂ ਬਣ ਗਈ ਦਾ ਫਤਵਾ ਦਿੰਦੇ ਦਈ ਜਾਣ। ਪਰ ਪੁੰਨਿਆਂ ਦੀ ਆਤਮਾ 'ਚ ਸ਼ਾਇਦ ਅਜੇ ਇੰਨਾ ਬਲ ਨਹੀਂ ਸੀ ਆਇਆ। ਲੋਕ ਇਲਾਜ ਨੂੰ ਚੀਥੜਾ ਸਮਝ ਕੇ ਇੱਕਦਮ ਸੁੱਟ ਛੱਡਣ ਦੀ ਸ਼ਕਤੀ ਹਾਲੇ ਉਸ ਅੰਦਰ ਪੂਰੀ ਤਰ੍ਹਾਂ ਜਾਗਰਤ ਨਹੀਂ ਸੀ ਹੋਈ, ਜਿਸ ਕਰਕੇ ਉਹਨੂੰ ਇੱਕ ਵਿਚਾਲੇ ਰਾਹ ਚੁਣਨਾ ਪਿਆ ਤੇ ਇਹ ਰਾਹ ਸੀ ਕੈਂਪ ਦਾ ਵਾਸ ਛੱਡ ਕੇ ਕਿਸੇ ਨਵੇਕਲੇ ਤੇ ਗੁੰਮਨਾਮ ਜਿਹੀ ਥਾਂ ਲੁਕ ਬਹੇ। ਸੋ ਉਹਨੇ ਇਵੇਂ ਕੀਤਾ, ਪਰ ਉਹਨੂੰ ਕੀ ਪਤਾ ਸੀ ਕਿ ਗੁੰਮਨਾਮੀ 'ਚੋਂ ਨਿਕਲ ਕੇ ਉਹਨੂੰ ਆਮ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਪਏਗਾ। ਪਰਮੇ ਦੀ ਬਿਮਾਰੀ ਕਰਕੇ ਪੁੰਨਿਆਂ ਨੂੰ ਸਕੂਲੋਂ 1 ਹਫ਼ਤੇ ਦੀ ਛੁੱਟੀ ਲੈਣੀ ਪਈ। ਜਿਸ ਦਿਨ ਤੋਂ ਮੁੰਡੇ ਉੱਤੇ ਟੈਟਨਸ ਦਾ ਅਟੈਕ ਹੋਇਆ ਉਹ ਤੋਂ ਦੂਜੇ ਦਿਨ ਹੀ ਇਸ ਹਾਲਤ 'ਚ ਰੋਗੀ ਨੂੰ ਇਕੱਲਿਆਂ ਛੱਡ ਕੇ ਜਾਣਾ ਉਸ ਲਈ ਮੁਸ਼ਕਿਲ ਸੀ। ਇੱਕ ਅੱਖਾਂ ਤੋਂ ਹੀਣ, ਦੂਜਾ ਬਿਮਾਰ, ਜਿਸ ਬਾਬਤ ਡਾਕਟਰ ਆਨੰਦ ਨੇ ਕਿਹਾ ਸੀ ਪਤਾ ਨਹੀਂ ਕਿਸ ਵੇਲੇ ਇਹਨੂੰ ਦੌਰਾ ਪੈ ਜਾਏ। ਇਸ ਉੱਤੇ ਪਰਮੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪੁੰਨਿਆਂ ਨੂੰ 1000 ਵਾਰੀ ਸਮਝਾ ਕੇ ਚੇਤਾਵਨੀਆਂ ਕਰਕੇ ਬਾਹਰ ਨਿਕਲਦੀ, ਪਰ ਉਹ ਭਾਵੇਂ ਕਿਸੇ ਵੀ ਹਾਲਤ 'ਚ ਹੁੰਦਾ ਉੱਠ ਕੇ ਉਹਨੂੰ ਲੱਭਣ ਚੜ੍ਹ ਪੈਂਦਾ। ਅਨੇਕਾਂ ਵਾਰੀ ਉਹਨੇ ਪੁੰਨਿਆਂ ਪਾਸ ਸਹੁੰ ਸੁਗੰਧਾਂ ਚੁੱਕੀਆਂ ਕਿ ਹੁਣ ਉਹ ਕਦੀ ਵੀ ਮੰਜੇ ਤੋਂ ਪੈਰ ਹੇਠ ਨਹੀਂ ਉਤਾਰੇਗਾ, ਪਰ ਜਿਉਂ ਹੀ ਪੁੰਨਿਆਂ ਦਾ ਕਦਮ ਘਰੋਂ ਬਾਹਰ ਹੁੰਦਾ ਪਰਮੇ ਨੂੰ ਸਾਰੇ ਇਕਰਾਰ ਭੁੱਲ ਜਾਂਦੇ। ਪਹਿਲਾਂ ਪੁੰਨਿਆਂ ਨੂੰ ਉਹਦੀ ਇਸ ਮੂਰਖਤਾ ਉੱਤੇ ਗੁੱਸਾ ਆਇਆ ਕਰਦਾ। ਉਹ ਅਕਸਰ ਉਹਨੂੰ ਝਿੜਕਿਆ ਫਟਕਾਰਿਆ ਕਰਦੀ ਸੀ, ਪਰ ਜਦ ਉਹਨੂੰ ਯਕੀਨ ਹੋ ਗਿਆ ਕਿ ਇਹਦੇ ਦਿਮਾਗੀ ਅਸੰਤੁਲਨ ਦਾ ਫਲ ਹੈ ਤਾਂ ਉਹਨੇ ਖਪਣਾ ਖਿਜਣਾ ਛੱਡ ਦਿੱਤਾ। ਪੁੰਨਿਆਂ ਦੀ ਜ਼ਿੰਦਗੀ 'ਚ ਇੱਕ ਨਵੇਂ ਕਾਂਡ ਦੀ ਲਿਖਤ ਸ਼ੁਰੂ ਹੋਈ ਜਦੋਂ ਉਹਦੇ ਘਰ 'ਚ ਫਿਰ ਡਾਕਟਰੀ ਦਾ ਫਰਜ਼ ਨਿਭਾਉਣ ਲਈ ਡਾਕਟਰ ਆਨੰਦ ਨੇ ਆਉਣਾ ਸ਼ੁਰੂ ਕੀਤਾ। ਡਾਕਟਰ ਆਨੰਦ ਦੇ ਚਿਹਰੇ 'ਤੇ ਪਹਿਲੀ ਵਾਰ ਕਿਸੇ ਇਸਤਰੀ ਦਾ ਪਰਤਾਅ ਪਿਆ। ਜਦੋਂ ਕੈਂਪ ਦੇ ਹਸਪਤਾਲ 'ਚ ਉਹਨੇ ਪੁੰਨਿਆਂ ਨੂੰ ਤੱਕਿਆ, ਉਸ ਤੋਂ ਬਾਅਦ ਦੂਜੀ ਵੇਰਾਂ ਜਦ ਉਸ ਪੁੰਨਿਆਂ ਨੂੰ ਉਹਨੇ ਆਪਣੇ ਘਰ ਦੇ ਬੂਹੇ ਅੱਗੇ ਗਰਜਦਿਆਂ ਵੇਖਿਆ ਤਾਂ ਪੁੰਨਿਆਂ ਨਾ ਕੇਵਲ ਉਸ ਲਈ ਸੋਚਣ ਦਾ ਮਜ਼ਮੂਨ ਬਲਕਿ ਉਹਦੇ ਅੰਦਰ ਕੋਈ ਵਿਲੱਖਣ ਜਿਹਾ ਨਿੱਘ ਪੈਦਾ ਕਰਨ ਦਾ ਕਾਰਨ ਵੀ ਬਣ ਗਈ। ਪੁੰਨਿਆਂ ਨੂੰ ਉਹਨੇ ਪਹਿਲਾਂ ਕੇਵਲ ਸਰੀਰਕ ਤੌਰ 'ਤੇ ਸੁੰਦਰੀ ਸਮਝਿਆ, ਪਰ ਜਦ ਉਹਨੂੰ ਉਹਦੀ ਆਤਮਾ ਉੱਤੇ ਝਾਤੀ ਮਾਰਨ ਦਾ ਮੌਕਾ ਮਿਲਿਆ ਉਹਨੂੰ ਨਿਸ਼ਚਾ ਹੋ ਗਿਆ ਕਿ ਰੂਹਾਨੀ ਤੇ ਇਖਲਾਕੀ ਤੌਰ 'ਤੇ ਉਦੋਂ ਵੀ ਕਿਤੇ ਵੱਧ ਚੜ੍ਹ ਕੇ ਪੁੰਨਿਆਂ ਰੂਪਵਤੀ ਹੈ। ਉਹਦੀਆਂ ਅੱਖਾਂ ਅੱਗੇ ਉਹ ਚੀਜ਼ ਮੌਜੂਦ ਸੀ ਜਿਹਦੀ ਪ੍ਰਾਪਤੀ ਲਈ ਉਹਦੀ ਰੂਹ ਯੁੱਗਾਂ ਤੋਂ ਭਾਲ 'ਚ ਸੀ। ਪਹਿਲੇ ਦਿਨ ਤੋਂ ਬਾਅਦ ਦੂਜੇ ਦਿਨ, ਦੂਜੇ ਤੋਂ ਬਾਅਦ ਤੀਜੇ ਦਿਨ ਡਾਕਟਰ ਨੂੰ ਪੁੰਨਿਆਂ ਦੇ ਮਕਾਨ 'ਤੇ ਜਾਣਾ ਪਿਆ। ਦਿਨ 'ਚ 2 ਵਾਰੀ, ਜਿੰਨੀ ਵਾਰੀ ਵੀ ਉਹ ਡਾਕਟਰ ਬਣ ਕੇ ਉਹਦੇ ਘਰ ਆਇਆ ਉਨੀ ਵਾਰੀ ਉਲਟਾ ਸਗੋਂ ਮਰੀਜ਼ ਬਣ ਕੇ ਮੁੜਿਆ। ਭੇਦ ਜਿਉਂ-ਜਿਉਂ ਖੁੱਲ੍ਹਦੇ ਗਏ, ਪਿਆਰ ਚੰਦਰਮਾ ਦੀਆਂ ਰਿਸ਼ਮਾਂ ਤਿਉਂ-ਤਿਉਂ ਦੋਹਾਂ ਦਿਲਾਂ ਨੂੰ ਪ੍ਰਕਾਸ਼ਮਾਨ ਕਰਦੀਆਂ ਗਈਆਂ। ਪਰਮੇ ਨੂੰ ਮੁੜ ਕੇ ਟੈਟਨਸ ਦਾ ਦੌਰਾ ਨਹੀਂ ਪਿਆ, ਜਿਹਦਾ ਸਬੱਬ ਇੱਕ ਤਾਂ ਟੀਕਿਆਂ ਦਾ ਕੋਰਸ ਤੇ ਜ਼ਖਮ ਦੀ ਸੁਚੱਜੀ ਸੰਭਾਲ ਸੀ, ਦੂਜਾ ਪੁੰਨਿਆਂ ਦੀ ਹਰ ਵੇਲੇ ਦੀ ਮੌਜੂਦਗੀ ਕਾਰਨ ਹੁਣ ਉਹਨੂੰ ਕਿਤੇ ਜਾਣ ਆਉਣ ਦੀ ਲੋੜ ਨਹੀਂ ਸੀ ਪੈਂਦੀ। ਉਹਦਾ ਜ਼ਖਮ ਦਿਨੋਂ ਦਿਨ ਠੀਕ ਹੁੰਦਾ ਜਾਣ ਕਰਕੇ ਜਾਂ ਹੋਰ ਕਿਸੇ ਕਾਰਨ ਪੁੰਨਿਆਂ ਦਾ ਦਿਲ ਵੀ ਇਹਨਾਂ ਦਿਨਾਂ 'ਚ ਕਾਫੀ ਪ੍ਰਸੰਨ ਰਹਿਣ ਲੱਗ ਪਿਆ। ਪਹਿਲਾਂ ਉਹਦੇ ਚਿਹਰੇ 'ਤੇ ਜਿਹੜੀ ਕਦੀ-ਕਦੀ ਚਿੰਤਾ ਤੇ ਨਿਰਾਸ਼ਤਾ ਦੇ ਪਰਛਾਵੇਂ ਵਿਖਾਈ ਦਿਆ ਕਰਦੇ ਸੀ, ਉਹਨਾਂ ਦੀ ਥਾਂ ਹੁਣ ਕਿਸੇ ਅਣਜਾਣੇ ਹੁਲਾਸ ਦੀ ਚਮਕ ਮੌਜੂਦ ਰਹਿੰਦੀ ਸੀ। ਉਹਨੂੰ ਆਪਣੇ ਧੁੰਦਲੇ ਭਵਿੱਖ 'ਚ ਹੁਣ ਕਦੀ-ਕਦੀ ਆਸ਼ਾ ਦੀ ਕੋਈ ਚਿੱਟੀ ਲਕੀਰ ਦਿਖਾਈ ਦੇ ਕੇ ਉਹਦੇ ਹਿਰਦੇ 'ਚ ਇੱਕ ਮਿੱਠੀ ਜਿਹੀ ਚਰਨਾਹਟ ਛੇੜ ਜਾਂਦੀ। ਪੁੰਨਿਆਂ ਨੇ ਜਿਹੜੀ ਹਫ਼ਤੇ ਦੀ ਛੁੱਟੀ ਲਈ ਸੀ ਉਹ ਖਤਮ ਹੋਣ ਵਾਲੀ ਸੀ। ਇਸ ਵੇਲੇ ਉਹ ਵਰਾਂਡੇ 'ਚ ਖੜੋਤੀ ਇਸੇ ਫਿਕਰ 'ਚ ਡੁੱਬੀ ਹੋਈ ਸੀ ਕਿ ਛੁੱਟੀ ਖਤਮ ਹੋਣ ਤੋਂ ਬਾਅਦ ਕੀ ਬਣੇਗਾ, ਪਰ ਇਸ ਦੇ ਨਾਲ ਹੀ ਕੁਝ ਤਸੱਲੀ ਵੀ ਉਹਦੇ ਦਿਲ ਨੂੰ ਹੈ ਸੀ। ਡਾਕਟਰ ਆਨੰਦ ਕੱਲ੍ਹ ਸ਼ਾਮੀ ਜਾਂਦਾ ਹੋਇਆ ਕਹਿ ਗਿਆ ਸੀ ਕਿ ਉਸ ਲਈ ਇੱਕ ਮਕਾਨ ਦਾ ਤੇ ਨਾਲੇ ਨੌਕਰੀ ਦਾ ਪ੍ਰਬੰਧ ਕਰ ਰਿਹਾ। ਪੁੰਨਿਆਂ ਇਸ ਵੇਲੇ ਵਰਾਂਡੇ 'ਚ ਖੜੀ ਕਿਸੇ ਨੂੰ ਬੇਸਬਰੀ ਨਾਲ ਉਡੀਕ ਰਹੀ ਸੀ ਤੇ ਛੁੱਟ ਡਾਕਟਰ ਆਨੰਦ ਤੋਂ ਹੋਰ ਕੌਣ ਹੋ ਸਕਦਾ ਸੀ। ਅੱਜ ਉਹ ਸਵੇਰੇ ਪੱਟੀ ਕਰਨ ਨਹੀਂ ਸੀ ਆਇਆ, ਜਿਹੜੀ ਕਿ 7 ਵਜੇ ਤੋਂ ਪਹਿਲਾਂ ਹੋ ਜਾਇਆ ਕਰਦੀ ਸੀ। ਤਾਂ ਹੀ ਉਹਦੀ ਨਜ਼ਰ ਇੱਕ ਟਾਂਗੇ 'ਤੇ ਪਈ ਜਿਹੜਾ ਇਸੇ ਪਾਸੇ ਆ ਰਿਹਾ ਸੀ। ਟਾਂਗੇ ਦੀ ਅਗਲੀ ਸੀਟ 'ਤੇ ਇੱਕ ਰਫਿਊਜੀ ਜਿਹਾ ਕੋਚਵਾਨ ਤੇ ਪਿਛਲੇ ਉੱਤੇ ਮਧਰੇ ਜਿਹੇ ਕੱਦ ਦਾ ਕੋਈ ਹੋਰ ਬੈਠਾ ਸੀ। ਪਿਛਲੀ ਸਵਾਰੀ ਵੱਲ ਤੱਕ ਕੇ ਪੁੰਨਿਆਂ ਨੂੰ ਇੰਝ ਜਾਪਿਆ ਜਿਵੇਂ ਉਹਨੂੰ
ਇਸ ਤੋਂ ਪਹਿਲਾਂ ਵੀ ਵੇਖ ਚੁੱਕੀ ਹੈ। ਉਸ ਆਦਮੀ ਦੇ ਨੰਗੇ ਸਿਰ ਵਿਚਲੀ ਟਿਟਰੀ ਨੂੰ ਜਦ ਉਹਨੇ ਧਿਆਨ ਨਾਲ ਤੱਕਿਆ ਤਾਂ ਉਹਨੂੰ ਯਾਦ ਆ ਗਿਆ ਵੀ ਇਹ ਉਹੀ ਕੰਪਾਊਂਡਰ ਹੈ ਜਿਸ ਨਾਲ ਉਸ ਰਾਤ ਉਹਦੀ ਝੜਪ ਹੋਈ ਸੀ। ਟਾਂਗਾ ਘਰ ਦੇ ਕੋਲ ਆ ਕੇ ਰੁਕਿਆ। ਹੱਥ 'ਚ ਰੁੱਕਾ ਫੜੀ ਕੰਪਾਊਂਡਰ ਟਾਂਗੇ 'ਚ ਉਤਰਿਆ। ਮਕਾਨਾਂ ਦੇ ਨੰਬਰ ਵੇਖਦਾ ਅਗਾਂਹ ਤੁਰਿਆ ਆਇਆ। ਜਿਉਂ ਹੀ ਬੂਹੇ 'ਚ ਖੜੀ ਪੁੰਨਿਆ 'ਤੇ ਉਹਦੀ ਨਜ਼ਰ ਪਈ ਕਿ ਰੁੱਕਾ ਉਹਨੂੰ ਫੜਾ ਦਿੱਤਾ ਬਿਨਾਂ ਕੁਝ ਪੁੱਛਿਆ ਹੀ। ਸ਼ਾਇਦ ਉਹਨੇ ਵੀ ਪੁੰਨਿਆ ਨੂੰ ਪਹਿਚਾਣ ਲਿਆ ਸੀ। ਪੁੰਨਿਆ ਨੇ ਰੁੱਕਾ ਪੜਿਆ। ਪੁੰਨਿਆ ਦੇਵੀ, ਮੈਨੂੰ ਅਫਸੋਸ ਹੈ ਕਿ ਇੱਕ ਸਪੈਸ਼ਲ ਕੇਸ ਆ ਜਾਣ ਕਰਕੇ ਮੈਂ ਸਵੇਰੇ ਨਹੀਂ ਆ ਸਕਿਆ, ਜਿਹਾ ਕਿ ਕੱਲ੍ਹ ਆਉਂਦਾ ਹੋਇਆ ਕਹਿ ਆਇਆ ਸਾਂ। ਥਾਂ ਦਾ ਇੰਤਜ਼ਾਮ ਤੁਹਾਡੇ ਲਈ ਕਰ ਛੱਡਿਆ, ਸੋ ਤੁਸੀਂ ਬਾਬੂ ਮਦਨ ਗੋਪਾਲ ਨਾਲ ਸਮਾਨ ਸਮੇਤ ਆਪਣੇ ਨਵੇਂ ਮਕਾਨ 'ਤੇ ਪਹੁੰਚ ਜਾਣਾ। ਮੈਂ ਸ਼ਾਇਦ ਸ਼ਾਮ ਤੋਂ ਪਹਿਲਾਂ ਨਾ ਮੁੜ ਸਕਾਂ। ਸ਼ਹਿਰੋਂ ਬਾਹਰ ਜਾ ਰਿਹਾ। GS ਆਨੰਦ। ਰੁੱਕਾ ਪੜ੍ਹ ਕੇ ਪੁੰਨਿਆ ਦੋ ਦਲੀਲੀਆਂ 'ਚ ਪੈ ਗਈ। ਉਹਨੇ ਭਾਵੇਂ ਮਕਾਨ ਬਦਲਣ ਵਾਲੇ ਪ੍ਰਸਤਾਵ ਨੂੰ ਡਾਕਟਰ ਦੇ ਮੂੰਹ 'ਤੇ ਨਾਮਨਜ਼ੂਰ ਨਹੀਂ ਸੀ ਕੀਤਾ, ਪਰ ਉਹਦਾ ਇਹ ਵੀ ਖਿਆਲ ਨਹੀਂ ਸੀ ਕਿ ਇੰਨੀ ਛੇਤੀ ਉਸ ਲਈ ਰਾਹਦਾਰੀ ਦਾ ਪਰਵਾਨਾ ਆ ਜਾਏਗਾ। ਹੀਲ ਹੁੱਜਤ ਲਈ ਵੀ ਤਾਂ ਗੁੰਜਾਇਸ਼ ਕੋਈ ਨਹੀਂ ਸੀ। ਸੋ ਉਹਨੇ ਅੰਦਰ ਜਾ ਕੇ ਪਰਮੇ ਨੂੰ ਜਗਾਇਆ, ਜਿਹੜਾ ਰੋਟੀ ਖਾ ਕੇ ਥੋੜ੍ਹੀ ਦੇਰ ਹੋਈ ਸੁੱਤਾ ਸੀ, ਤੇ ਆਪ ਛੇਤੀ ਘਰ ਦਾ ਸੰਖੇਪ ਜਿਹਾ ਸਮਾਨ ਇਕੱਠਾ ਕਰਨ ਲੱਗੀ। ਧੰਨਵਾਦ। ਚੱਲਦਾ।